ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰਥ ਜਾਂ ਬੁਲਾਵੈ ਤਿਉ ਬੋਲਹਿ ਸੁਆਮੀ ਕੁਦਰਤ ਕਬ ਨ ਹਮਾਰੀ ਸਾਧ ਸੰਗ ਨਾਨਕ ਜਸ ਗਇਓ ਜੋ ਪ੍ਰਭ ਕੀ ਅਤ ਪਿਆਰੀ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਭਾਗੀ ਹੋ ਜੋ ਵੀ ਵੀਰ ਭਰਾ ਮਾਤਾਵਾਂ ਭੈਣਾਂ ਆਪ ਜੀ ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਦਾ ਲਾਹਾ ਲੈਂਦੇ ਹੋਏ ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਜੀ। ਗੁਰੂ ਚਰਨਾਂ 'ਚ ਪਹੁੰਚ ਕਰਕੇ ਆਪਣੇ ਸਮੇਂ ਨੂੰ, ਸਵਾਸਾਂ ਨੂੰ, ਮਨੁੱਖਾ ਜਨਮ ਨੂੰ ਲੇਖੇ ਵਿੱਚ ਲਾ ਰਹੇ ਹੋ ਜੀ। ਆਓ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ 'ਚ ਜੁੜੀਏ, ਲਵਾਈਏ ਜੀ ਆਪੋ ਆਪਣੀਆਂ ਹਾਜ਼ਰੀਆਂ। ਸਭ ਗੱਜ ਵੱਜ ਕਰਕੇ ਗੁਰੂ ਫਤਿਹ ਦੀ ਸਾਂਝ ਪਾਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ, ਸ਼ੁਕਰ ਹੈ ਮਾਲਕ ਦਾ। ਸੇਵਾ ਦੀਆਂ, ਸਿਮਰਨ ਦੀਆਂ, ਸਤਸੰਗਤ ਦੇ ਮਹਾਨ ਕੁੰਭ ਦੀਆਂ ਸੁਭਾਗੀਆਂ ਘੜੀਆਂ ਬਖਸ਼ਿਸ਼ ਕੀਤੀਆਂ। ਲੜੀਵਾਰ ਕਥਾ ਉਹਦੀ ਕਿਰਪਾ ਦੇ ਨਾਲ ਸੁਣਨ ਸੁਣਾਉਣ ਦਾ, ਵਿਚਾਰਨ ਦਾ ਸਮਾਂ ਮਿਲੇ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ, ਅਮੋਲਕ ਬਚਨ ਮਹਾਰਾਜ ਜੀ ਦੇ ਕਾਫੀ ਲੰਮੇ ਸਮੇਂ ਤੋਂ ਵਿਚਾਰ ਰਹੇ ਹਾਂ ਆਪਾਂ। ਆਓ ਜੀ ਅੱਜ ਦਾ ਸ਼ਬਦ ਜਿਹੜਾ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਸ਼ਬਦ ਹੈ। ਇਹ ਉਹ
ਦਵਾਈ ਹੈ, ਉਹ ਖਜ਼ਾਨਾ ਹੈ, ਉਹ ਵਸਤੂ ਹੈ ਜਿਸ ਦੇ ਨਾਲ ਮਨੁੱਖ ਦੇ ਅੰਦਰ ਦੇ ਰੋਗ ਜਿਹੜੇ ਆ, ਅੰਦਰ ਦੀਆਂ ਬਿਮਾਰੀਆਂ ਜਿਹੜੀਆਂ ਨੇ, ਆ ਜਿਹੜੀ ਸਰੀਰ ਦੀ ਬਿਮਾਰੀ ਹੈ ਨਾ, ਸਰੀਰ ਦੀ, ਉਹਦਾ ਮਨ ਦੇ ਨਾਲ, ਆਤਮਾ ਦੇ ਨਾਲ ਕੋਈ ਸੰਬੰਧ ਨਹੀਂ। ਦਵਾਈਆਂ ਬਾਹਰ ਦੀਆਂ ਸਰੀਰ ਦੇ ਰੋਗ ਦੁੱਖ ਜਿਹੜੇ ਨੇ ਠੀਕ ਕਰਦੀਆਂ ਨੇ। ਆਤਮਾ ਦਾ ਦੁੱਖ ਜਿਹੜਾ, ਰੋਗ ਜਿਹੜਾ ਅੰਦਰ ਦਾ, ਉਹ ਨਹੀਂ ਆ ਬਾਹਰ ਦੀ ਦਵਾਈ ਨਾਲ ਠੀਕ ਹੁੰਦਾ। ਆ ਅਮੋਲਕ ਖਜ਼ਾਨਾ ਨਾਮ ਬਾਣੀ ਵਿਚਾਰ ਮਹਾਰਾਜ ਦੀ ਬਾਣੀ ਦੀ, ਇਹ ਕੀ ਹੈ? ਮਹਾਰਾਜ ਕਹਿੰਦੇ ਆ ਜੀ, ਐਸਾ ਦਾਰੂ ਖਾਏ ਗਵਾਰ ਜਿਤ ਖਾਧੈ ਤੇਰੇ ਜਾਹੇ ਵਿਕਾਰ। ਐ ਬੰਦਿਆ, ਉਹ ਦਵਾਈ, ਉਹ ਦਾਰੂ ਖਾ ਜਿਤ ਖਾਧੈ ਤੇਰੇ ਜਾਹੇ ਬੇਕਾਰ। ਮਾੜੇ ਕਰਮ, ਵਿਕਾਰ, ਉਹ ਦਵਾਈ ਖਾ ਜਿਹਦੇ ਖਾਣ ਨਾਲ, ਜਿਹਨੂੰ ਗ੍ਰਹਿਣ ਕਰਨ ਦੇ ਨਾਲ ਤੇਰੇ ਵਿਕਾਰ ਚਲੇ ਜਾਣ। ਉਹ ਬਾਣੀ ਦੀ ਦਵਾਈ ਹੈ, ਨਾਮ ਬਾਣੀ ਜਿਹੜੀ ਆ। ਆਓ ਜੀ ਸ਼ਰਧਾ ਭਾਵਨਾ ਨਾਲ ਮਹਾਰਾਜ ਦੇ ਚਰਨਾਂ 'ਚ ਜੁੜੀਏ ਜੀ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਰਾਗ ਮਹੱਲਾ ਪੰਜਵਾ। ਪ੍ਰੀਤ ਲੱਗੀ ਤਿਸ ਸੱਚ ਸਿਉ, ਮਰੈ ਨ ਆਵੈ ਜਾਇ। ਐ ਭਾਈ, ਜਿਸ ਪੁਰਸ਼ ਦੀ ਉਸ ਪਰਮਾਤਮਾ ਦੇ ਨਾਲ ਪ੍ਰੀਤ ਲੱਗੀ ਹੈ, ਜੋ ਪਰਮਾਤਮਾ ਕਦੇ ਵੀ ਮਰਦਾ ਨਹੀਂ ਤੇ ਨਾ ਹੀ ਉਸਨੂੰ ਆਵਾਗਮਨ ਦਾ ਚੱਕਰ ਹੈ। ਭਾਵ ਉਹ ਪੁਰਸ਼ ਫਿਰ ਦੁਨੀਆ 'ਚ ਨਾ ਆਉਂਦਾ ਨਾ ਜਾਂਦਾ। ਇੱਕ ਤਾਂ ਰੱਬ ਹੈ, ਉਹ ਕਦੇ ਮਰਦਾ ਨਹੀਂ ਜੀ। ਤੇ ਨਾਮ ਜਪਣ ਵਾਲੀਆਂ ਰੂਹਾਂ ਜਿਹੜੀਆਂ ਨੇ, ਜਿਹਦੀ ਪ੍ਰੀਤ ਲੱਗ ਗਈ ਉਹਦੇ ਨਾਲ, ਉਹ ਪੁਰਸ਼ ਜਿਹੜੇ ਆ ਬਾਰ-ਬਾਰ ਨਾ ਮਰਦੇ ਨੇ ਨਾ ਜੰਮਦੇ ਨੇ। ਉਹਨਾਂ ਦਾ ਆਉਣਾ ਜਾਣਾ ਜਿਹੜਾ ਨਾ, ਉਹ ਖਤਮ ਹੋ ਜਾਂਦਾ। ਭਾਵ ਨਾ ਉਹਨੂੰ ਜਨਮ ਧਾਰ ਕੇ ਬਾਰ-ਬਾਰ ਆਉਣਾ ਪੈਂਦਾ ਤੇ ਨਾ ਹੀ ਵਾਰ-ਵਾਰ ਮਰ ਕੇ ਹਿਸਾਬ ਦੇਣ ਦੇ ਲਈ ਪਰਲੋਕ ਜਾਣਾ ਪੈਂਦਾ। ਉਹਦਾ ਆਉਣਾ ਜਾਣਾ ਖਤਮ। ਉਹ ਅਮਰ ਪਰਮੇਸ਼ਰ ਦੇ ਵਿੱਚ, ਉਹ ਪਰਮਾਤਮਾ ਦੇ ਵਿੱਚ ਆਤਮਾ ਅਭੇਦ ਹੋ ਜਾਂਦੀ ਹੈ। ਆਤਮਾ ਜਿਹੜੀ ਹੈ ਨਾ ਜੀ, ਅਮਰ ਹੈ। ਆਤਮਾ ਨਹੀਂ ਮਰਦੀ, ਸਰੀਰ ਮਰਦਾ, ਆਤਮਾ ਨਹੀਂ ਮਰਦੀ। ਕਿਉਂ? ਆਤਮਾ ਪ੍ਰਾਤਮਾ ਏਕੋ ਕਰੈ। ਆਤਮਾ ਜਿਹੜੀ ਹੈ ਪਰਮੇਸ਼ਰ ਦਾ ਅੰਸ਼, ਉਹਦੀ ਜੋਤ ਹੈ ਤੇ ਉਸੇ ਦੇ ਵਿੱਚ ਅਭੇਦ ਹੋ ਜਾਣਾ ਇਹਨੇ ਜਾ ਕੇ। ਆਤਮਾ ਕਦੇ ਮਰਦੀ ਨਹੀਂ, ਕਿਉਂਕਿ ਰੱਬ ਕਿਹੜਾ ਕਦੇ ਮਰਦਾ ਹੈ? ਜਦ ਪਰਮਾਤਮਾ ਨਹੀਂ ਮਰਦਾ, ਆਤਮਾ ਕਿਆ ਮਰੂ? ਇਹ ਉਹਦੇ ਵਿੱਚ ਅਭੇਦ ਹੋ ਜਾਂਦੀ ਆ। ਨਾ ਵਿਛੋੜਿਆ ਵਿਛੜੈ, ਸਭ ਮੈਂ ਰਹਾ ਸਮਾਇ। ਉਹ ਗੁਰਮੁਖ ਜਿਹੜਾ ਹੈ, ਉਹਦਾ ਮਨ ਕਦੇ ਵੀ
ਪਾਬਰਾਂ ਜਾਂ ਵਿਸ਼ੀ ਪੁਰਸ਼ਾਂ ਦੀ ਕੁਸੰਗਤ ਕਰਕੇ ਆਨੰਦ ਸਰੂਪ ਵੱਲੋਂ ਵਿਗੜਦਾ ਨਹੀਂ। ਨਾ ਵਿਛੋੜਿਆ ਵਿਛੜੈ, ਸਭ ਮੈਂ ਰਹਾ ਸਮਾਏ। ਉਹ ਆਨੰਦ ਸਰੂਪ ਵੱਲੋਂ ਕਦੇ ਨਹੀਂ ਵਿਛੜਦਾ। ਉਹ ਪਰਮਾਤਮਾ ਕਿਸੇ ਦੇ ਵਿਛੋੜਿਆਂ ਕਦੇ ਵਿਛੜਦਾ ਨਹੀਂ। ਜੋ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ, ਉਹ ਗੁਰਮੁਖ ਉਸ ਦੇ ਵਿੱਚ ਲੀਨ ਰਹਿੰਦੇ ਨੇ। ਦੀਨ ਦਰਦ ਦੁਖ ਭੰਜਣਾ, ਸੇਵਕ ਕੈ ਸਤ ਭਾਇ। ਕਹਿੰਦੇ ਉਹ ਪਰਮੇਸ਼ਰ ਦੀਨ ਕਹੀਏ ਗਰੀਬਾਂ ਦੇ ਜੰਮਣ ਮਰਨ ਰੂਪੀ ਦੁੱਖ ਵਿਦਿਆ ਦੀਆਂ, ਦਰਦ ਕਹੀਏ ਪੀੜਾਂ, ਭੰਜਣਾ ਕਹੀਏ ਭੰਨਣਾ ਭਾਵ ਨਾਸ਼ ਕਰਨ ਵਾਲਾ ਜਿਹੜਾ ਮਾਲਕ ਹੈ। ਦਾਸਾਂ ਦੇ ਮਨ ਵਿੱਚ ਸਤ ਭਾਏ ਕਹੀਏ ਸੱਚਾ ਨਿਸ਼ਚਾ ਦੇਣ ਵਾਲਾ। ਸੇਵਕਾਂ ਦੇ ਮਨ ਵਿੱਚ ਸੱਚਾ ਪ੍ਰੇਮ ਸੱਚਾ ਗਿਆਨ ਪ੍ਰਗਟ ਕਰਨ ਵਾਲਾ ਹੈ। ਅਚਰਜ ਰੂਪ ਨਿਰੰਜਨੋ, ਗੁਰ ਮੇ ਲਾਇਆ ਮਾਇ। ਕਹਿੰਦੇ ਉਹ ਪਰਮੇਸ਼ਰ ਅਚਰਜ ਕਹੀਏ ਵਿਸਮਾਦ ਰੂਪ ਹੈ, ਭਾਵ ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਸਾਹਿਬ ਹਨ, ਜਿਹਨੂੰ ਆਪਾਂ ਕਹਿੰਦੇ ਹਾਂ। ਉਹ ਆਪਣੇ ਆਪ ਤੋਂ ਪ੍ਰਕਾਸ਼ਵਾਨ ਰੂਪ ਹੈ ਅਤੇ ਸਾਰੇ ਖੰਡਾਂ ਬ੍ਰਹਿਮੰਡਾਂ ਦੀਪਾਂ ਲੋਹਾਂ ਆਕਾਸ਼ਾਂ ਪਤਾਲਾਂ 'ਚ ਵਿਆਪਕ ਹੋ ਰਿਹਾ। ਖੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ। ਉਹ ਸਭ ਦੇ ਵਿੱਚ ਵਿਆਪਕ ਹੋ ਰਿਹਾ। ਇਸ ਕਰਕੇ ਉਹ ਹੈਰਾਨੀਜਨਕ ਭਾਵ ਅਚਰਜ ਹੈਰਾਨ ਕਰਨ ਵਾਲਾ ਰੂਪ ਅਤੇ ਨਿਰੰਜਨੋਂ ਕਹੀਏ ਮਾਇਆ ਰੂਪੀ ਕਾਲਖ ਤੋਂ ਰਹਿਤ ਹੈ। ਇਹ ਭਾਈ ਸਾਨੂੰ ਪੂਰੇ ਸਤਿਗੁਰੂ ਜੀ ਦੇ ਦਰ ਦੇ ਨਾਲ ਜੁੜਨਾ ਸਿਖਾਇਆ ਹੈ ਜੀ ਨੇ। ਫਿਰ ਪੂਰੇ ਗੁਰੂ ਜੀ ਨੇ ਉਸ ਪਰਮਾਤਮਾ ਦੇ ਨਾਲ ਸਾਨੂੰ ਮਿਲਾ ਦਿੱਤਾ। ਗੁਰੂ ਮਿਲਣਾ ਉਹਦੀ ਕਿਰਪਾ ਦੇ ਨਾਲ, ਫਿਰ ਗੁਰੂ ਦੀ ਕਿਰਪਾ ਦੇ ਨਾਲ ਪ੍ਰੇਮੀਓ ਉਹਦਾ ਦੁਆਰਾ ਮਿਲਦਾ। ਭਾਈ ਰੇ ਮੀਤ ਕਰੋ ਪ੍ਰਭ ਸੋਏ। ਐ ਭਾਈ ਉਸ ਪਰਮਾਤਮਾ ਨੂੰ ਆਪਣਾ ਮਿੱਤਰ ਬਣਾਉਣਾ ਕਰ, ਸੱਜਣ ਉਹਨੂੰ ਬਣਾ। ਭਾਵ ਹੋਰ ਸੰਸਾਰ ਦੀ ਝੂਠੀ ਸੱਜਣਤਾ ਜਿਹੜੀ ਹੈ ਨਾ, ਉਹਦੇ ਵਿੱਚ ਨਾ ਫਸ। ਕਿਉਂਕਿ ਸੰਸਾਰ 'ਚ ਉਹ ਇੱਕੋ ਹੀ ਸੱਜਣ ਪਰਮੇਸ਼ਰ ਹੈ, ਇੱਕੋ ਹੀ ਸੱਚਾ ਮਿੱਤਰ ਹੈ, ਬਾਕੀ ਨਹੀਂ। ਬਾਕੀ ਦਾ ਸੁੱਖਾਂ ਦੇ ਸੰਗੀ ਨੇ। ਇੱਕੋ ਦਿਸੈ ਸੱਜਣੋਂ ਇੱਕੋ ਭਾਈ ਮੀਤ। ਇੱਕੇ ਸੱਜਣ ਹੈ, ਇੱਕੇ ਭਾਈ ਮਿੱਤਰ ਹੈ। ਆ ਫਿਰ ਜਿੰਨੇ ਵੀ ਸਾਡੇ ਰਿਸ਼ਤੇ ਨਾਤੇ ਦੋਸਤ ਮਿੱਤਰ ਮਿਲੇ ਵੇ ਆ, ਇਹ ਦੁਨਿਆਵੀ ਉਹ ਮਾਲਕ ਦੀਆਂ ਖੇਡਾਂ ਨੇ। ਇਹ ਕੀ ਨੇ? ਇਹਨਾਂ ਨੂੰ ਅਸਲੀ ਮਿੱਤਰ ਨਾ, ਅਸਲੀ ਸੱਜਣ ਨਾ ਮੰਨੀਏ। ਅਸਲੀ ਸੱਜਣ ਕੌਣ ਆ? ਉਹ ਕਹਿੰਦੇ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂਦ, ਜਿਸ ਪਾਸ ਬੈਠਿਆ ਸੋਹੀ ਹੈ ਸਭ ਨਾਂ ਦਾ। ਦੁਨੀਆ ਦੇ ਸੱਜਣ ਇੱਥੇ ਨੇ, ਉਹ ਵੀ ਸੁੱਖਾਂ ਤੱਕ। ਜਦੋਂ ਕੋਈ ਦੁੱਖ ਆ ਜਾਂਦਾ ਭੱਜ ਜਾਂਦੇ ਆ, ਸਾਰੇ ਨੱਠ ਜਾਂਦੇ ਆ। ਇੱਕ ਗੁਰੂ ਪਰਮਾਤਮਾ ਐਸਾ ਸੱਜਣ ਹੈ ਜੋ ਆ ਸੰਸਾਰ 'ਚ ਵੀ ਅੱਗੇ ਜਾ ਕੇ ਵੀ ਸਾਥ ਨਿਭਾਉਂਦਾ ਹੈ। ਫਿਰ ਇਹ ਗੱਲ ਜਿਹੜੀ ਹੈ, ਵਿਚਾਰ ਜਿਹੜੀ ਆ, ਤੇ ਮਹਾਰਾਜ ਕਹਿੰਦੇ ਆ ਕੋਈ ਜਾਣੈ ਕਵਨ ਇਹਾਂ ਜਗ ਮੀਤ। ਕੋਈ ਬੁੱਝਦਾ ਜੀ ਅਸਲੀ ਸੱਜਣ ਕੌਣ ਆ। ਬੰਦਾ ਤਾਂ ਦੁਨਿਆਵੀ ਸਰੀਰਾਂ ਨੂੰ ਸੱਜਣ ਮਿੱਤਰ ਬਣਾਈ ਫਿਰਦਾ। ਇਹ ਕੀ ਨੇ?
ਇਹ ਨਹੀਂ ਵੀ ਸੱਜਣ ਮਿੱਤਰ ਰਿਸ਼ਤੇ ਨਾਤੇ ਨਾ ਬਣਾਈਏ। ਅਸਲ ਦੇ ਵਿੱਚ ਉਹ ਕਾਹਦਾ ਸੱਜਣ ਭਾਈ, ਉਹ ਕਾਹਦਾ ਸੱਜਣ ਕਿ ਪ੍ਰਭ ਸਾਮੀ ਕੰਤ ਬਹੂਣੀਆਂ ਮੀਤ ਸੱਜਣ ਸਭ ਜਾਮ। ਉਹ ਕਾਹਦਾ ਸੱਜਣ ਜਿਹਦੇ ਮਿਲਣ ਨਾਲ, ਜਿਹਦੇ ਆਉਣ ਨਾਲ, ਜਿਹਦੇ ਨਾਲ ਰਿਸ਼ਤਾ ਬਣਾਉਣ ਨਾਲ, ਮਿੱਤਰ ਬਣਾਉਣ ਦੇ ਨਾਲ ਮੈਂ ਰੱਬ ਨੂੰ ਛੱਡ ਦਿੱਤਾ। ਕੋਈ ਸੱਜਣ ਮਿਲ ਗਿਆ, ਮਿੱਤਰ ਮਿਲ ਗਿਆ, ਨਿਤਨੇਮ ਦਾ ਸਮਾਂ ਖੰਝਾਤਾ, ਸੰਗਤ ਵਿੱਚ ਜਾਣਾ ਛੱਡ ਦਿੱਤਾ, ਪ੍ਰਾਹੁਣੇ ਆ ਗਏ ਸੀ, ਸੱਜਣ ਮਿੱਤਰ ਆ ਗਏ ਸੀ ਜੀ, ਤਾਂ ਨਹੀਂ ਗੁਰੂ ਘਰ ਆਏ, ਤਾਂ ਨਹੀਂ ਸੰਗਤ 'ਚ ਆਏ, ਤਾਂ ਨਹੀਂ ਨਿਤਨੇਮ ਹੋਇਆ, ਤਾਂ ਨਹੀਂ ਸੇਵਾ ਹੋਈ, ਕਿ ਪ੍ਰਾਹੁਣੇ ਆ ਗਏ ਸੀ। ਉਹ ਕਾਹਦੇ ਪ੍ਰਾਹੁਣੇ, ਉਹ ਕਾਹਦੇ ਸੱਜਣ ਮਿੱਤਰ ਬਈ, ਜਿਹਦੇ ਆਉਣ ਦੇ ਨਾਲ ਅਸੀਂ ਰੱਬ ਛੱਡ ਦਿੱਤਾ, ਜਿਹਦੇ ਆਉਣ ਦੇ ਨਾਲ ਰੱਬ ਰੱਬ ਕਰਨਾ ਭੁੱਲ ਗਏ, ਨਿਤਨੇਮ ਛੱਡ ਦਿੱਤਾ, ਸੰਗਤ 'ਚ ਨਹੀਂ ਗਏ। ਉਹ ਸੱਜਣ ਕਾਹਦੇ ਹੋਏ? ਉਹ ਕੀ ਨੇ? ਮੀਤ ਸੱਜਣ ਸਭ ਜਾਮ। ਉਹ ਤਾਂ ਜੰਮ ਬਣ ਕੇ ਆ ਗਏ। ਇੱਕ ਜੰਮ ਉਹ ਨੇ ਜਿਹੜੇ ਇੱਕ ਦਿਨ ਆਉਣਗੇ ਸੰਸਾਰ ਛੁਡਾ ਦੇਣਗੇ। ਇੱਕ ਜੰਮ ਉਹ ਨੇ ਜਿਹੜੇ ਆਉਣਗੇ ਸੰਸਾਰ ਛੁਡਾਉਣਗੇ ਇੱਕ ਦਿਨ, ਇੱਕ ਵਾਰੀ। ਤੇ ਇੱਕ ਜੰਮ ਉਹ ਨੇ ਜਿਹੜੇ ਦਿਨ ਰਾਤ ਚਿੰਬੜੇ ਆ ਸਾਨੂੰ, ਜਿਨ੍ਹਾਂ ਨੇ ਸਾਨੂੰ ਨਿਰੰਕਾਰ ਛੁਡਾਇਆ ਹੋਇਆ, ਰੱਬ ਭੁਲਾਇਆ ਜਿਨ੍ਹਾਂ ਨੇ। ਇਹ ਵਿਚਾਰ ਜਿਹੜੀ ਆ, ਫਿਰ ਗੱਲ ਜਿਹੜੀ ਆ, ਕੋਈ ਕੋਈ ਬੁੱਝਦਾ ਕਿ ਅਸਲੀ ਮਿੱਤਰ ਕੌਣ ਹੈ। ਭਾਈ ਰੇ ਮੀਤ ਕਰੋ ਪ੍ਰਭ ਸੋਏ, ਉਹ ਰੱਬ ਨੂੰ ਮਿੱਤਰ ਬਣਾਓ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤੋ ਬਿਨ ਸਜਾਹੇ। ਝੂਠੀ ਦੇਹੀ ਆ ਝੂਠੇ ਸਰੀਰ ਨੇ ਤਾਂ ਬਿਨਸੇ ਜਾਣਾ, ਇੱਕ ਦਿਨ ਰਾਖ ਬਣ ਜਾਏਗਾ। ਫਿਰ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਂ ਕੀ ਨਿਰਮਲ ਰੀਤ। ਫਿਰ ਜਿਹੜਾ ਬੁੱਝ ਲੈਂਦਾ, ਜਾਣ ਲੈਂਦਾ ਕਿ ਮਿੱਤਰ ਕੌਣ ਹੈ ਅਸਲ ਦੇ ਵਿੱਚ ਸੱਚਾ, ਪਰਮੇਸ਼ਰ, ਫਿਰ ਬੁੱਝਦਾ ਵੀ ਉਹੀ ਹੈ ਜੀ ਤੇ ਉਹ ਕਿਰਪਾ ਕਰਦਾ। ਜੀ ਕਿਰਪਾ ਕੀਤੇ ਹੈ? ਜਿਹੜਾ ਰੱਬ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦੀ ਵਡਿਆਈ ਕਰਦਾ, ਸ਼ੁਕਰਾਨਾ ਕਰਦਾ ਮਾਲਕ ਦਾ। ਸੋਈ ਬਿਦ ਬੂਝੈ ਤੇ ਤਾਂ ਕੀ ਨਿਰਮਲ ਰੀਤ, ਉਹਦੀ ਜਿਉਣ ਦੀ ਜੀਵਨ ਜੁਗਤ ਜਿਹੜੀ ਆ ਉਹ ਪਵਿੱਤਰ ਹੋ ਜਾਂਦੀ ਆ। ਤੇ ਮਹਾਰਾਜ ਅੱਗੇ ਸਮਝਾਉਂਦੇ ਕਿ ਮਾਇਆ ਮੋਹ ਪ੍ਰੀਤ ਧ੍ਰਿਗ, ਸੁਖੀ ਨਾ ਦਿਸੈ ਕੋਏ। ਕਹਿੰਦੇ ਮਾਇਆ ਦੇ ਮੋਹ ਕਰਕੇ ਲਗਾਈ ਹੋਈ ਪ੍ਰੀਤੀ ਨੂੰ ਤਿਰਕਾਰ ਹੈ, ਧ੍ਰਿਗ ਹੈ, ਭਾਵ 100 ਵਾਰੀ ਫਿਟੇ ਮੂੰਹ ਕਹੀਏ, 100 ਵਾਰੀ ਫਿਟੇ ਮੂੰਹ ਕਹੀਏ ਇੱਕ ਲਾਹਨਤ ਹੁੰਦੀ ਆ, ਤੇ 100 ਵਾਰੀ ਲਾਹਨਤ ਕਹੀਏ ਤਾਂ ਇੱਕ ਧ੍ਰਿਗ ਹੁੰਦਾ ਹੈ। ਮਾਇਆ ਮੋਹ ਪ੍ਰੀਤ ਧ੍ਰਿਗ, ਸੁਖੀ ਨਾ ਦਿਸੈ ਕੋਏ। 100 ਵਾਰੀ ਲਾਹਨਤ ਕਹੀਏ ਤਾਂ ਇੱਕ ਧ੍ਰਿਗ ਹੁੰਦਾ ਹੈ। ਕਿਉਂਕਿ ਮਾਇਆ ਦੇ ਮੋਹ 'ਚ ਪ੍ਰੀਤ ਲਾਉਣ ਵਾਲਿਆਂ 'ਚੋਂ ਕੋਈ ਵੀ ਸੁਖੀ ਨਹੀਂ ਦਿੰਦਾ ਜੀ। ਭਾਵ ਸਾਰੇ ਦੁੱਖਾਂ ਦੇ ਵਿੱਚ ਗ੍ਰਸੇ ਹੋਈ ਨਜ਼ਰ ਆਉਂਦੇ ਨੇ, ਸੁਖੀ ਨਹੀਂ ਦਿਖਦਾ ਕੋਈ। ਜਿਨ੍ਹਾਂ ਜਿਨ੍ਹਾਂ ਨੇ ਜਲ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਜਿਨ੍ਹਾਂ ਜਿਨ੍ਹਾਂ ਨੇ ਉਹ ਰਸਮਾਂ ਰਿਵਾਜਾਂ ਨਾਲ, ਰੀਤਾਂ ਨਾਲ ਪ੍ਰੇਮ ਮੋਹ ਪਾਇਆ ਵਾ, ਉਹ ਦੁਖੀ ਨੇ। ਦਾਨਾ ਦਾਤਾ ਸੀਲਵੰਤ, ਨਿਰਮਲ ਰੂਪ ਅਪਾਰ। ਉਹ ਵਾਹਿਗੁਰੂ ਸਭ ਦਾ ਦਾਨਾ ਕਹੀਏ, ਗਿਆਤਾ, ਦਾਤਾ, ਸਭ ਨੂੰ ਦਾਤਾਂ ਦੇਣ ਵਾਲਾ, ਤੇ ਸੀਲਵੰਤ ਨਰਮ ਸੁਭਾਅ ਵਾਲਾ, ਭਾਵ ਉਹ ਸਭ ਜਾਣਦਾ ਹੈ। ਸਭ ਦਾਨਾ ਕਹੀਏ, ਗਿਆਤਾ ਹੈ, ਗਿਆਤ ਹੈ ਉਹਨੂੰ ਕਿਹਦੇ ਅੰਦਰ ਕੀ ਹੈ।
ਸਭ ਦੇ ਅੰਦਰ ਦੀਆਂ ਉਹ ਜਾਣਨ ਵਾਲਾ ਹੈ, ਜਾਣਦਾ ਹੈ ਕਿ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ, ਸਭ ਜਾਣਦਾ। ਗੁਰੂ ਸਾਡਾ ਨਾ ਧਨ ਹੈ ਨਾ ਬੋਲੇ, ਨਾ ਫਿਰ ਇਹ ਵੀ ਭੁਲੇਖਾ ਨਹੀਂ ਰੱਖਣਾ ਕਿ ਉਹਨੂੰ ਕੁਛ ਪਤਾ ਨਹੀਂ ਲੱਗਦਾ। ਲੱਖ ਮੈਂ ਓਟ ਓਲੇ 100 ਕੁਛ ਕਰੀ ਜਾਵਾਂ, ਮਨ ਵਿੱਚ 100 ਭੁਲੇਖੇ ਰੱਖੀ ਜਾਵਾਂ, ਵਿਕਾਰਾਂ ਦੇ ਰੱਖੀ ਜਾ। ਸੁਣ ਲਿਆ ਕਰੋ ਇੱਥੇ ਆ ਕੇ, ਮਹਾਰਾਜ ਕਹਿੰਦੇ ਆ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ, ਕਰਮੀ ਆਪੋ ਆਪਣੀ ਕੇ ਨੇੜੇ। ਇਸ ਕਰਕੇ ਪ੍ਰੇਮੀਓ ਉਹ ਸਭ ਜਾਣਦਾ, ਸਭ ਪਤਾ ਉਹਨੂੰ ਕੌਣ ਚੰਗਾ ਕੌਣ ਮਾੜਾ ਹੈ। ਬਿਨ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗਿਆ ਕੀਚੈ ਅਰਦਾਸ। ਸਭ ਜਾਣਦਾ ਬਿਨ ਬੋਲੇ ਹੀ, ਬਿਨ ਬੋਲੇ ਹੀ, ਕਿਉਂਕਿ ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਬੰਦਾ ਉਹੀ ਕੁੱਕੀ ਜਾਂਦਾ, ਉੱਚਾ ਕੂਕੈ ਤਨੈ ਪਛਾੜੈ। ਹੱਥ ਬੰਨ੍ਹ ਕੇ ਖੜਾ ਹੋ ਜਾਂਦਾ, ਮਹਾਰਾਜ ਆਹ ਕਰਦੀ ਉਹ ਕਰਦੀ, ਇੱਦਾਂ ਹੋ ਜਾਏ ਆਹ ਹੋ ਜਾਏ। ਗੱਲ ਅੰਦਰ ਦੀ ਅਵਸਥਾ ਦੀ ਆ, ਅੰਦਰ ਕੀ ਆ ਕਰਦੇ ਆ ਕਿ ਉਹ ਜਾਣਦਾ ਨਹੀਂ ਕਿ ਮੇਰੇ ਅੰਦਰ ਆਪਣੇ ਸਾਡੇ ਸਭ ਦੇ ਅੰਦਰ ਕੀ ਚੱਲਦਾ। ਉੱਚਾ ਕੂਕੈ ਤਨੈ ਪਛਾੜੈ, ਭਾਵ ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਸਭ ਜਾਣੈ ਸਭ ਸੋਏ। ਐਵੇਂ ਬੋਲੀ ਜਾਣਾ, ਅੰਦਰ ਕੁਛ ਹੋਰ ਹੈ ਬਾਹਰ ਕੁਛ ਹੋਰ ਹੈ। ਇਹ ਕੀ ਹੈ ਜੀ? ਆਪਾਂ ਕਹਿੰਦੇ ਮੈਂ ਐਵੇਂ ਝੱਖ ਮਾਰਦਾ ਫਿਰਦਾ, ਐਵੇਂ ਭੁਕਾਈ ਮਰੀ ਜਾਂਦਾ। ਇਹਦੇ ਦਰ 'ਤੇ ਵੀ ਇਹੀ ਗੱਲਾਂ ਨੇ, ਕਿਉਂਕਿ ਬਿਨ ਬੋਲਿਆ ਜਾਣੈ ਸਭ ਸੋਏ। ਉਹ ਬਿਨ ਬੋਲਿਆ ਸਭ ਕੁਛ ਜਾਣਦਾ, ਸਭ ਪਤਾ ਉਹਨੂੰ। ਕਿਆ ਮੂੰਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋ ਸਾਖੀ ਪਾਸ। ਕਿਹੜਾ ਮੂੰਹ ਲੈ ਕੇ ਬੰਦਾ ਅਰਦਾਸਾਂ ਕਰਦਾ, ਸਾਡੇ ਪੁੰਨ ਪਾਪ ਕੀਤੇ ਹੋਏ ਜਿਹੜੇ ਆ ਇੱਥੇ ਪਹਿਲਾਂ ਗਵਾਹ ਖੜੇ ਨੇ। ਭਲੇ ਬੁਰੇ ਕੀ ਪੀਰ ਪਛਾਣ, ਸਭ ਜਾਣਦਾ ਹੈ। ਕਹਿੰਦੇ ਦਾਤਾ ਰੂਪ ਹੋ ਕੇ ਸਭ ਨੂੰ ਦਾਤਾਂ ਦਿੰਦਾ ਹੈ, ਤੇ ਸੀਲਵੰਤ ਹੋ ਕੇ ਭਾਵ ਸਭ ਦੇ ਨਾਲ ਉਹ ਨਰਮੀ ਦੇ ਨਾਲ ਪੇਸ਼ ਆਉਂਦਾ ਜੀ। ਤੇ ਉਹ ਨਰਮ ਸੁਭਾਅ ਵਾਲਾ ਹੈ, ਕਦੇ ਵੀ ਪੰਜਾਬੀ 'ਚ ਕਹਿ ਲਈ ਉੱਚਾ ਨਹੀਂ ਬੋਲਦਾ, ਕੌੜਾ ਨਹੀਂ ਬੋਲਦਾ ਜੀ। ਉਹ ਗੁੱਸਾ ਨਹੀਂ ਕਰਦਾ ਕਦੇ। ਗੁੱਸਾ ਕਦੋਂ ਆਉਂਦਾ ਜੀ ਬੰਦੇ ਨੂੰ? ਜਦੋਂ ਆਪਾਂ ਦੂਜੇ ਦੀ ਗਲਤੀ ਫੜਦੇ ਹਾਂ ਜਾਂ ਕੋਈ ਗਲਤ ਕੰਮ ਕਰਦਾ ਹੈ ਨਾ ਜੀ, ਜਾਂ ਕਿਸੇ ਦੀਆਂ ਗੱਲਾਂ ਸਾਨੂੰ ਪਸੰਦ ਨਹੀਂ ਆਉਂਦੀਆਂ, ਸਾਨੂੰ ਕੋਈ ਮਾੜਾ ਕਹਿੰਦਾ ਜਾਂ ਗਲਤ ਪਾਸੇ ਨੂੰ ਜਾਂਦਾ, ਬੜੇ ਕਾਰਨ ਨੇ। ਗੁੱਸਾ ਤਾਂ ਆਊਗਾ ਇੱਕ ਦੂਜੇ ਨੂੰ ਔਗਣ ਵੇਖ ਕੇ, ਮਾੜੇ ਕਰਮ ਵੇਖ ਕੇ, ਗਲਤੀਆਂ ਵੇਖ ਕੇ। ਗੁਰੂ ਜਿਹੜਾ ਨਾ, ਗੁਰੂ ਪਰਮੇਸ਼ਰ ਜਿਹੜਾ ਨਾ ਭਾਈ, ਉਹ ਕੀ ਹੈ? ਸਾਡੇ ਤੇ ਉਹਦੇ ਵਿੱਚ ਕਿੰਨਾ ਕੁ ਫਰਕ ਹੈ। ਮਹਾਰਾਜ ਕਹਿੰਦੇ ਨੇ ਜੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਸਦਾ ਹੀ ਮਿੱਠਾ ਬੋਲਦਾ, ਨਰਮ ਸੁਭਾਅ ਵਾਲਾ। ਭਾਵ ਜਦੋਂ ਅਸੀਂ ਨਿਮਰਤਾ 'ਚ ਹੁੰਦੇ ਹਾਂ, ਨਰਮਾਈ 'ਚ ਹੁੰਦੇ ਹਾਂ, ਉਦੋਂ ਅਸੀਂ ਮਿੱਠੇ ਬੋਲਾਂਗੇ। ਖੁਸ਼ ਹੋਵਾਂਗੇ ਨਾ ਜਦੋਂ, ਉਦੋਂ ਮਿੱਠਾ ਬੋਲਾਂਗੇ, ਕੌੜਾ ਨਹੀਂ ਬੋਲਦੇ। ਸਾਡੇ ਕਈ ਰੂਪ ਨੇ, ਰਾਖਸ਼ ਬੁੱਧੀ ਵੀ ਅੰਦਰ ਆ, ਦੇਵਤਾ ਬਿਰਤੀ ਵੀ ਹੈ, ਮਨੁੱਖਾਂ ਦੀ ਬਿਰਤੀ ਵੀ ਹੈ, ਦੈਂਤਾਂ ਦੀ ਬਿਰਤੀ ਵੀ ਹੈ ਬੰਦੇ ਦੇ ਅੰਦਰ। ਰੱਬ ਜਿਹੜਾ ਜੀ ਮਿੱਠਾ ਬੋਲਦਾ ਤੇ ਬੰਦਾ ਕੌੜਾ ਬੋਲਦਾ। ਹਉ ਸੰਮਲ ਥੱਕੀ ਜੀਓ ਕਦੇ ਨਾ ਬੋਲੇ ਕੌਰਾ। ਉਹ ਕਦੇ ਵੀ ਕੌੜਾ ਨਹੀਂ ਬੋਲਦਾ, ਗੁੱਸੇ 'ਚ ਨਹੀਂ ਆਉਂਦਾ। ਹਰ ਬਿਰਧ ਸੁਆਮੀ ਸੰਦਾ, ਉਹਦਾ ਮੁੱਢ ਕਦੀਮਾਂ ਦਾ ਸੁਭਾਅ ਹੈ ਨਰਮ ਵਾਲਾ, ਪ੍ਰੇਮ ਵਾਲਾ। ਕੌੜਾ ਕਿਉਂ ਨਹੀਂ ਬੋਲਦਾ ਜੀ? ਕੌੜਾ ਬੋਲ ਨਾ ਜਾਣੈ, ਉਹ ਕੌੜਾ ਬੋਲਣਾ ਹੀ ਨਹੀਂ ਜਾਣਦਾ।
ਕਿਉਂ? ਪੂਰਨ ਭਗਵਾਨ ਹੈ, ਉਹ ਪੂਰਨ ਹੈ ਤੇ ਅਸੀਂ ਅਧੂਰੇ ਹਾਂ। ਜਿੱਦੇ ਅਸੀਂ ਪੂਰੇ ਹੋ ਗਏ, ਦੁਨਿਆਵੀ ਤੌਰ 'ਤੇ ਪੂਰਾ ਨਹੀਂ ਕਿ ਜਦੋਂ ਸਾਹ ਮੁੱਕ ਜਾਂਦੇ ਆ ਬੰਦੇ ਦੇ ਕਿ ਪੂਰਾ ਹੋ ਗਿਆ, ਨਹੀਂ। ਪੂਰਾ ਬੰਦਾ ਪੂਰੇ ਨਾਲ ਜੁੜ ਕੇ ਹੋਏਗਾ। ਅਧੂਰੇ ਆਇਆ, ਜੇ ਅਧੂਰੇ ਚਲੇ ਗਏ ਗੁਰਮੁਖੋ, ਪੂਰੇ ਨਾਲ ਨਾ ਜੁੜੇ ਤਾਂ ਅਧੂਰੀ ਗਏ। ਅਧੂਰੇ ਆਏ, ਅਧੂਰੇ ਗਏ। ਅਸਲ ਦੇ ਵਿੱਚ ਜ਼ਿੰਦਗੀ ਮਿਲੀ ਹੈ ਅਧੂਰੀ, ਇਹ ਪੂਰੀ ਹੋਏਗੀ ਪੂਰੇ ਦੇ ਨਾਲ ਜੁੜ ਕਰਕੇ। ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ, ਉਹ ਪੂਰਨ ਹੈ। ਤੇ ਔਗਣ ਕੋ ਨਾ ਚਿਤਾਰੈ। ਕੌੜਾ ਕਿਉਂ ਨਹੀਂ ਬੋਲਦਾ? ਕਿਉਂਕਿ ਉਹ ਸਾਡੇ ਔਗਣ ਨਹੀਂ ਵੇਖਦਾ। ਆਖੋ ਸਤਿਨਾਮ। ਤੇ ਬੰਦੇ ਦਾ ਕੰਮ ਹੈ ਜੀ, ਇਹਨੇ ਗੁਣ ਨਹੀਂ ਵੇਖਣਾ। ਸਭ ਆਪਾਂ ਵਿੱਚ ਹੀ ਆ, ਆਪਾਂ ਕਿਸੇ ਦੀਆਂ ਕਮੀਆਂ ਲੱਭਾਂਗੇ। ਕਮੀਆਂ, ਕੋਈ ਔਗਣ ਫਸੇ, ਮੈਨੂੰ ਲੱਭੇ ਕੋਈ ਕਮੀ। ਨਾਲੇ ਪਤਾ ਕਿ ਸੱਜਣਾ ਕੁਛ ਨਹੀਂ ਮਿਲਣਾ ਕਿਸੇ ਦੇ ਕਰਮਾਂ 'ਚੋਂ। ਪਤਾ ਸਭ ਨੂੰ ਆ ਸਾਨੂੰ, ਫਿਰ ਵੀ ਕਲਯੁਗ ਚੜ੍ਹਿਆ ਹੋਇਆ, ਕਿੱਥੇ ਹਟਿਆ ਜਾਂਦਾ। ਮੂੰਹ ਜੋੜ ਜੋੜ ਕੇ ਗੱਲਾਂ ਕਰਨੇ ਆਪਾਂ, ਬੜਾ ਕੁਛ ਹੁੰਦਾ ਹੈ। ਰੱਬ ਵਿੱਚ ਇਹ ਫਿਤਰਤ ਨਹੀਂ, ਉਹ ਔਗਣ ਦੇਖਦੀ ਨਹੀਂ ਕਿਸੇ ਦਾ। ਉਹਦਾ ਕਹਿੰਦਾ ਸੱਜਣਾ ਇਹ ਕਰ ਕਰੇ ਸੋ ਇਹ ਕਰ ਪਾਏ, ਇੱਧਰ ਕਰ ਲੈ, ਇੱਧਰ ਭਰ ਲਾ। ਜਿਉ ਜਾ ਕਰੇਗਾ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਉ ਜਾ ਕਰੇਗਾ ਹੋ ਜਾ ਭਰੇਗਾ। ਉਹ ਔਗਣ ਨਹੀਂ ਵੇਖਦਾ ਜੀ। ਹੁਣ ਜਿਹੜਾ ਬੰਦਾ ਔਗਣ ਵੇਖੂਗਾ ਉਹੀ ਗੁੱਸੇ ਹੋਊ ਨਾ। ਹੁਣ ਜੇ ਉਹਨੇ ਸਾਡੀ ਕੋਈ ਕਮੀ ਨਹੀਂ ਵੇਖੀ, ਕੋਈ ਔਗਣੇ ਨਹੀਂ ਵੇਖਿਆ, ਉਹ ਗੁੱਸੇ ਕਿਉਂ ਹੋਊਗਾ? ਉਹ ਸਾਡੇ ਗੁਣ ਵੇਖਦਾ ਹੈ, ਉਹ ਗੁਣ ਵੇਖਦਾ ਹੈ। ਫਿਤਰਤ ਬਣਾਈਏ ਪਰਮੇਸ਼ਰ ਵਾਲੀ। ਤੇ ਤਾਂ ਹੀ ਬਾਣੀ ਇਹੀ ਸਮਝ ਆਉਂਦੀ ਹੈ ਭਾਈ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗਣ ਚੱਲੀਐ। ਗੁਣਾਂ ਦੀ ਸਾਂਝ ਕਰੋ, ਗੁਣਾਂ ਦੀ। ਔਗੁਣਾਂ ਦੀ ਸਾਂਝ ਕਰਾਂਗੇ ਨਾ, ਸਾਡੇ ਅੰਦਰ ਵੀ ਉਹੀ ਭਰਿਆ ਜਾਊਗਾ। ਕਿਉਂਕਿ ਜਿੱਦਾਂ ਦਾ ਖਾਵਾਂਗੇ ਪ੍ਰੇਮੀਓ, ਅੰਦਰ ਜੋ ਜਾਊ ਨਾ ਸਾਡੇ, ਉਹੋ ਜਿਹੀ ਸਰੀਰ ਹੋਣਾ ਅੰਦਰ। ਉਹੀ ਜਿਹੜਾ ਦੇਖਾਂਗੇ ਨਾ, ਗੰਦਮੰਦ ਚੰਗ ਜੋ ਵੀ ਆ, ਉਹੋ ਜਿਹੀ ਵਰਤੀ ਬਣ ਜਾਣੀ ਆ। ਗੁਰਬਾਣੀ ਸੁਣੀ ਜਾਵਾਂਗੇ, ਗੁਰਬਾਣੀ ਪੜ੍ਹੀ ਜਾਵਾਂਗੇ, ਗੁਰੂ ਦੇ ਇਤਿਹਾਸ ਦੇ ਦਰਸ਼ਨ ਕਰੀ ਜਾਵਾਂਗੇ, ਤਾਂ ਗੁਰੂ ਵਾਲੀ ਬਿਰਤੀ ਬਣ ਜੂ। ਲੱਚਰਤਾ ਵੇਖਾਂਗੇ, ਸੁਣਾਂਗੇ, ਗਾਵਾਂਗੇ, ਉੱਦਾਂ ਦੀ ਬਿਰਤੀ ਬਣੂ। ਇਸੇ ਤਰ੍ਹਾਂ ਗੁਣਾਂ ਦੀ ਸਾਂਝ ਕਰਾਂਗੇ, ਗੁਣ ਬਣਨਗੇ ਅੰਦਰ। ਔਗਣ ਵੇਖਾਂਗੇ ਤਾਂ ਅੰਦਰ ਔਗਣ ਭਰਨਗੇ। ਤੇ ਨਾਲੇ ਹੋਰ ਦੁਨਿਆਵੀ ਗੱਲ, ਜੇ ਮੈਨੂੰ ਵਿਖਦੀਆਂ ਨੇ ਨਾ ਲੋਕਾਂ ਦੀਆਂ ਕਮੀਆਂ, ਮੇਰੀਆਂ ਦੋ ਅੱਖਾਂ ਸੰਸਾਰ ਨੂੰ, ਲੋਕਾਂ ਨੂੰ ਵੇਖਦੀਆਂ ਨੇ। ਮੇਰੀਆਂ ਦੋ ਅੱਖਾਂ ਨੇ, ਆਹ ਦੁਨੀਆ ਸੰਸਾਰ ਨੂੰ ਵੇਖਦੀਆਂ ਨੇ। ਲੋਕਾਂ ਦੀਆਂ ਹਜ਼ਾਰੀ ਅੱਖਾਂ ਮੈਨੂੰ ਵੇਖਦੀਆਂ ਨੇ। ਸਭ ਨੂੰ ਇਹੀ ਅਸੂਲ ਲਾਗੂ ਆ। ਇਹ ਨਹੀਂ ਹੈ ਜੇ ਮੈਂ ਦੂਜੇ ਦੇ ਔਗਣ ਵੇਖਣਾ ਕਿ ਮੇਰੇ ਵਾਲੇ ਕੋਈ ਵੇਖਦਾ ਨਹੀਂ। ਮੇਰੇ ਵਾਲੇ ਵੀ ਵੇਖਦੇ ਨੇ। ਕਿਸੇ ਦੀ ਮੈਂ ਕਰਦਾ, ਮੇਰੇ ਵਾਲੀ ਵੀ ਹੁੰਦੀ ਆ। ਸਭ ਦੇ ਲੈਣ ਨੂੰ ਦੇਣ ਹੈ ਜੀ। ਇਸ ਕਰਕੇ ਰੱਬ ਦੀ ਜਿਹੜੀ ਫਿਤਰਤ ਹੈ, ਰੱਬ ਦੀ, ਬੰਦਾ ਉਹਨੂੰ ਗ੍ਰਹਿਣ ਕਰੇ। ਮਹਾਰਾਜ ਕਹਿੰਦੇ ਭਾਈ, ਉਹ ਕਦੇ ਕੌੜਾ ਨਹੀਂ ਬੋਲਦਾ, ਉਹ ਹਮੇਸ਼ਾ ਮਿੱਠਾ ਬੋਲਦਾ। ਅਤੇ ਉਹ ਪਰਮੇਸ਼ਰ ਨਿਰਮਲ ਮਾਇਆ ਦੀ ਮੈਲ ਤੋਂ ਰਹਿਤ ਹੈ, ਭਾਵ ਮਲ ਬਖੇਪ ਅਵਰਨ ਅਵਿਦਿਆ ਤੋਂ ਰਹਿਤ ਹੈ। ਉਹਦਾ ਸਰੂਪ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਆ, ਭਾਵ ਪਾਰਾਵਾਰ ਤੋਂ ਰਹਿਤ ਹੈ, ਜੋ ਰਾਜਸੀ ਤਾਮਸੀ ਸਾਤਕੀ ਗੁਣਾ 'ਚ ਨਹੀਂ ਆਉਂਦਾ। ਭਾਵ ਰਜੋ ਤਮੋ ਸਤੋ, ਜਿਹੜਾ ਨਾ ਉਹਨੂੰ ਵਰਤਾਉਣ ਦੀ, ਨਾ ਢਾਉਣ ਦੀ, ਨਾ ਸਜਾਉਣ ਦੀ, ਨਾ ਬਣਾਉਣ ਦੀ ਕੋਈ ਫਿਤਰਤ ਨਹੀਂ। ਉਹ ਅਮਰ ਹੈ। ਚੌਥੇ ਪਦ ਵਿੱਚ ਹੈ, ਸਖਾ ਸਹਾਈ ਅਤ ਵੱਡਾ, ਉੱਚਾ ਵੱਡਾ ਅਪਾਰ,
ਉਹ ਪਰਮਾਤਮਾ ਨੇ ਮਾਤਾ ਦੇ ਗਰਭ ਵਿੱਚ ਪਰਾ ਬਾਣੀ ਦੁਆਰਾ ਸਿਮਰਨ ਕਰਾ ਕੇ ਸਾਥੀ ਬਣ ਕੇ ਗਰਭ ਅਗਨ ਦੇ ਵਿੱਚ ਸੜਨ ਨਹੀਂ ਦਿੱਤਾ ਜੀ। ਅਤੇ ਇਸ ਲੋਕ 'ਚ ਸਹਾਈ ਹੋ ਕਰਕੇ ਵਿਕਾਰਾਂ ਤੋਂ ਬਚਾਉਣ ਵਾਲਾ ਵੀ ਉਹੀ ਵਾ, ਅਤੇ ਪ੍ਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਵੀ ਉਹ ਪਰਮੇਸ਼ਰ ਹੈ। ਅਤੇ ਅੰਤ ਵੱਡਾ ਉੱਚਾ ਹੈ, ਉਹ ਸਭ ਤੋਂ ਉੱਚਾ ਬੁਲੰਦ ਵੱਡਾ ਅਪਾਰ ਪਾਰਾਵਾਰ ਤੋਂ ਰਹਿਤ ਹੈ। ਭਾਵ ਜੋ ਪ੍ਰਕਿਰਤੀ ਪਿੱਛੇ ਹਿਰਨ ਗਰਭ ਅਭਿਆਕ੍ਰਿਤ ਜਾਂ ਵਿਰਾਟ ਵਰਗੇ ਨੇ, ਉਹ ਪਰਮਾਤਮਾ ਪਰਮੇਸ਼ਰ ਇਹਨਾਂ ਸਾਰਿਆਂ ਤੋਂ ਉੱਚਾ ਅਤੇ ਵੱਡਾ ਹੈ ਅਤੇ ਪਾਰਾਵਾਰ ਤੋਂ ਰਹਿਤ ਹੈ। ਬਾਲਕ ਬਿਰਧ ਨਾ ਜਾਣੀਐ ਨਿਚਲ ਤਿਸ ਦਰਬਾਰ, ਉਹ ਨਾ ਹੀ ਬਾਲ ਅਵਸਥਾ ਵਾਲਾ ਹੈ, ਨਾ ਹੀ ਉਹ ਬੁਢਾਪੇ ਵਾਲਾ ਹੈ। ਇਸ ਲਈ ਉਹਨੂੰ, ਕਿਉਂਕਿ ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਬੁੱਢਾ ਹੈ ਨਾ ਜਵਾਨ ਹੈ ਨਾ ਵਿਰਧ ਹੈ, ਨਾ ਉਸ ਸੀਤਲ ਨਾ ਠੰਡਾ ਨਾ ਗਰਮੀ, ਭੇਦ ਨੇ ਜੀ ਰੱਬ ਦੇ। ਇਸ ਲਈ ਉਹਨੂੰ ਬਾਲਕ ਜਾਂ ਬਿਰਧ ਕਰਕੇ ਨਾ ਜਾਣੀਏ। ਭਾਵ ਬਾਲਕ ਜਿਵੇਂ ਚੰਚਲ ਹੁੰਦਾ ਹੈ, ਉਹ ਬਾਲਕਪਨ ਦੀ ਚੰਚਲਤਾ ਤੋਂ ਰਹਿਤ ਹੈ, ਨਾ ਹੀ ਉਸ ਵਿੱਚ ਬਿਰਧ ਅਵਸਥਾ ਵਰਗੀ ਜੜਤਾ ਹੈ। ਉਹਦਾ ਦਰਬਾਰ ਨਿਚਲ ਅਚਲ ਸਰੂਪ ਭਾਵ ਸੱਚਖੰਡ ਰੂਪ ਦਰਬਾਰ ਉਹਦਾ ਇੱਕ ਰਸ ਰਹਿਣ ਵਾਲਾ ਹੈ। ਜੋ ਮੰਗੀਐ ਸੋ ਪਾਈਐ ਨਿਧਾਰਾ ਆਧਾਰ, ਉਸ ਕੋਲੋਂ ਜੋ ਵੀ ਮੰਗੀਏ ਉਹ ਪ੍ਰਾਪਤ ਕਰ ਲੈਂਦਾ ਹੈ। ਜੋ ਵੀ ਚਾਹੀਦਾ ਨਾ ਬੰਦੇ ਨੂੰ, ਉਹਦੇ ਕੋਲੋਂ ਪ੍ਰਾਪਤ ਕਰ ਲੈਂਦਾ। ਭਾਵ ਨਿਧਾਰਾ ਆਧਾਰ, ਨਿਰਾਧਾਰ ਹੋ ਕੇ ਵੀ ਸਾਰਿਆਂ ਦਾ ਆਸਰਾ ਸਰੂਪ ਹੈ। ਭਾਵ ਜੀਆਂ ਦੇ ਪ੍ਰਾਣ ਤਤ ਪ੍ਰਿਥਵੀ ਖੰਡ ਬ੍ਰਹਿਮੰਡ ਆਦਿ ਸਭ ਉਹਦੇ ਹੀ ਆਸਰੇ ਨੇ, ਉਹਦੇ ਹੀ ਸਹਾਰੇ ਨੇ, ਸਥਿਰ ਨੇ, ਉਹਦੀ ਕਿਰਪਾ ਦੁਆਰਾ ਹੀ। ਇਸ ਕਰਕੇ ਸਾਧ ਸੰਗਤ ਜੀ ਉਸ ਕਰਤੇ ਦੇ ਨਾਲ ਜੁੜਨਾ ਕਰੀਏ, ਉਹਦੀ ਬੰਦਗੀ ਵਿੱਚ ਅਭੇਦ ਹੋਈਏ, ਰੱਬ ਰੱਬ ਕਰੀਏ। ਭਾਈ ਸਮਾਂ ਜ਼ਰੂਰ ਕੱਢੋ ਆਪਣੇ ਜੀਵਨ ਵਾਸਤੇ, ਸਮਾਂ ਜ਼ਰੂਰ ਕੱਢਣ ਦੀ ਕੋਸ਼ਿਸ਼ ਕਰੋ। ਉਹ ਮਾਲਕ ਦੀ ਸ਼ਰਨ ਵਿੱਚ ਆਓ, ਗੁਰਬਾਣੀ ਅਨੁਸਾਰ ਜੀਵਨ ਜਿਉਣ ਦਾ ਯਤਨ ਕਰੋ। ਆਓ ਜੀ ਇੱਥੇ ਸਮਾਪਤੀ ਰਹਿੰਦੀਆਂ ਵਿਚਾਰਾਂ ਅੱਗੇ ਵਿਚਾਰਾਂਗੇ ਜੀ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਏ ਆਓ ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਤੇ ਆਏ ਆਓ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।